मोदी जे एक ऐसे प्राइम मिनिस्टर बने ਜਿਹੜੇ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ, ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ ਜਿਸ ਨੂੰ ਰਾਹੁਲ ਗਾਂਧੀ ਕਹਿੰਦੇ, ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ। ਦੂਸਰੀਆਂ ਪਾਰਟੀਆਂ ਕੋ ਕੋਈ ਕੈਂਡੀਡੇਟ ਹੀ ਹਨ, ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ। ਬਿਲਕੁਲ, ਉਹ ਜਿਹੜੇ ਅਕਾਲੀ BJP ਦੇ ਕੈਂਡੀਡੇਟ ਹੈ ਉਹ ਪ੍ਰਚਾਰ ਕਰ ਹੀ ਰਹੇ ਸੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸਟੇਟ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ। ਹੁਣ ਇਹ ਤਾਂ ਤੁਸੀਂ ਠੀਕ ਨਹੀਂ ਕੀਤਾ ਨਾ ਸਟੇਟ ਨੇ। ਨਹੀਂ, ਇਹ ਤਾਂ ਜਿਹੜੀ ਸਟੇਟ ਦੀ ਜਿਹੜੀ ਆਪਣੀ ਪਾਲਿਸੀ ਹੈ, ਜਿਹੜੀ ਕਈਆਂ ਦੀ ਪ੍ਰੂਨਿੰਗ ਕਰਦੇ ਆ ਸਿਕਿਉਰਿਟੀ, ਇਸ ਦੇ ਵਿੱਚ ਆਈ ਡੋਂਟ ਥਿੰਕ ਕੋਈ ਐਸੀ ਹੋ, ਕਿਉਂਕਿ ਇੰਟੈਲੀਜੈਂਸ ਰਿਪੋਰਟਸ ਜਾਂ ਹੋਰ ਉਸ ਤੋਂ ਦੇਖਦੇ ਆ ਵੀ ਕਿੰਨਾ ਕਿਸੇ ਨੂੰ ਖਤਰਾ। ਮੇਰੇ ਖਿਆਲ ਉਸ ਕੜੀ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਸਿਕਿਉਰਿਟੀਆਂ ਪ੍ਰੂਨ ਕੀਤੀਆਂ, ਘਟਾਈਆਂ, ਉਹਦੇ ਉਸ ਵਿੱਚ ਹੀ ਲਈ ਹੋਈ। ਚੌਧਰੀ ਸਾਹਿਬ, ਜਲੰਧਰ ਤੋਂ ਰਸਤਾ ਦਿੱਲੀ ਸੰਸਦ ਤੱਕ ਜਾਂਦਾ ਕਿੱਦਾਂ ਹੈ? ਦੂਸਰੀ ਵਾਰ ਤੁਸੀਂ ਦਿੱਲੀ ਸੰਸਦ ਦੇ ਵਾਸਤੇ ਦਿੱਲੀ ਦੀ ਦੌੜ ਸ਼ੁਰੂ ਕਰ ਦਿੱਤੀ ਹੈ, ਕਿਸ ਤਰੀਕੇ ਨਾਲ ਜਾਂਦਾ ਹੈ? ਕੀ ਲੋਕਾਂ ਦੇ ਨਾਲ ਤੁਹਾਡੇ ਵਾਅਦੇ ਹੋਣਗੇ? ਦੇਖੋ, ਜਿਹੜੇ ਪਹਿਲਾਂ ਮੈਂ ਵਾਅਦੇ ਕੀਤੇ ਸੀ ਉਹਨਾਂ ਨੂੰ ਆਲਮੋਸਟ ਮੈਂ ਆਪੋਜੀਸ਼ਨ ਬੈਂਚਸ ਤੇ ਬੈਠਦਾ ਸੀ, ਪਰ ਮੈਂ ਕੋਈ ਵੀ ਮੇਰੇ ਖੇਤਰ ਦਾ ਇਸ਼ੂ ਐਸਾ ਨਹੀਂ ਜਿਹੜਾ ਮੈਂ ਪਾਰਲੀਮੈਂਟ 'ਚ ਨਹੀਂ ਰੱਖਿਆ, ਕੋਈ ਵੀ ਇਸ਼ੂ ਐਸਾ ਨਹੀਂ ਜਿਹੜਾ ਮੈਂ ਪ੍ਰਾਂਤ ਦਾ, ਜਿਹੜਾ ਸਟੇਟ ਦਾ, ਉਸ ਨੂੰ ਸਾਰਿਆਂ ਨੂੰ ਰੱਖਿਆ। ਔਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਸੀ, ਮੈਂ ਆਪੋਜੀਸ਼ਨ ਹੁੰਦਾ ਹੋਇਆ ਵੀ ਆਦਮਪੁਰ 에ਅਰਪੋਰਟ ਵਰਗਾ ਮੈਂ ਪ੍ਰੋਜੈਕਟ ਲਿਆ, ਕਿਉਂਕਿ ਮੈਂ ਹੀ ਇਨੀਸ਼ੀਏਟ ਕੀਤਾ। ਮੇਰੇ ਜਿਹੜੀ ਫਾਈਲ ਜਿਹੜੀ ਮੈਂ ਦਿੱਤੀ ਸੀ ਉਸ 'ਤੇ ਉਹ ਸਾਰਾ ਪ੍ਰੋਸੀਜਰ ਚੱਲਿਆ। ਔਰ ਬਹੁਤ ਸਾਰੀਆਂ ਚੀਜ਼ਾਂ, ਰੇਲਵੇ ਸਟੇਸ਼ਨਸ, ਫਲਾਈਓਵਰਸ, ਇਹ ਸਾਰੀਆਂ ਚੀਜ਼ਾਂ ਮੈਂ ਲਿਆਂਦੀਆਂ। ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰ ਰਹੇ, ਸਮਾਰਟ ਸਿਟੀ ਵਿੱਚ ਉਸ ਨੂੰ ਇਨਕਲੂਡ ਕੀਤਾ। ਔਰ ਹੋਰ ਬਹੁਤ ਸਾਰੇ ਜਿਹੜੇ ਫਾਰਮਰਸ ਦਾ ਕਨੈਕਟਡ ਇਸ਼ੂਜ਼ ਹੈ ਉਹਨਾਂ ਨੂੰ ਕੀਤਾ। ਆਲੂਆਂ ਦਾ ਗਲਟ ਆ ਗਿਆ ਸੀ, ਮੈਂ ਇਮੀਡੀਏਟਲੀ ਮਿਨਿਸਟਰੀ 'ਚ ਮਿਲ ਕੇ ਮੈਂ ਉਹਨਾਂ ਕੋ ਹਾਂ ਕਰਾਈ ਕਿ ਇਸ ਨੂੰ ਐਕਸਪੋਰਟ ਐਗਰੀਕਲਚਰ ਐਕਸਪੋਰਟ ਪਾਲਿਸੀ ਵਿੱਚ ਲਿਆਂਦਾ ਜਾਏ। ਸੋ ਜਿਹੜੀ ਵੀ ਕਦੀ ਕੋਈ ਪ੍ਰੋਕਿਉਰਮੈਂਟ ਦੀ CCL ਦੀ ਜਿਹੜੀ ਪ੍ਰੋਬਲਮ ਆਈ, ਉਸ ਵੇਲੇ ਮੈਂ ਰੇਜ਼ ਕੀਤੀ, ਉਸ ਨੂੰ ਹੱਲ ਕੀਤਾ। ਔਰ ਮੈਂ ਸਮਝਦਾ ਕਿ ਬਹੁਤ ਵੱਡੀ ਗਿਣਤੀ 'ਚ ਬਹੁਤ ਸਾਰੇ ਮਸਲੇ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ ਮੈਂ ਹੱਲ ਕੀਤੇ। ਔਰ ਜਿਹੜੇ ਰਹਿ ਗਏ ਉਹਨਾਂ ਨੂੰ ਮੈਂ ਹੁਣ ਅਗਲੀ ਜਿਹੜੀ ਵਾਰੀ ਮੈਨੂੰ ਮਿਲੇਗੀ, ਮੈਂ ਆਈ ਐਮ ਕੌਨਫੀਡੈਂਟ ਵੀ ਮੈਂ ਦੁਬਾਰਾ ਜਾਵਾਂਗਾ, ਉਸ ਵਿੱਚ ਮੈਂ ਕਰਾਂਗਾ। ਬਿਲਕੁਲ, ਤੁਹਾਡੇ ਬੇਟੇ ਵੀ ਇੱਥੇ ਸਾਨੂੰ ਨਜ਼ਰ ਆ ਰਹੇ ਆ ਤੇ ਤੁਹਾਡੇ ਜਿਹੜੇ ਆਪੋਜੀਸ਼ਨ ਵਾਲੇ ਉਹ ਇਹ ਵੀ ਇਲਜ਼ਾਮ ਲਗਾਉਂਦੇ ਕਿ ਤੁਸੀਂ ਬਹੁਤ ਸਾਰਾ ਫੰਡ ਇਹਨਾਂ ਦੇ ਇਲਾਕੇ 'ਚ ਵੰਡਿਆ, ਬਾਕੀ ਇਲਾਕਿਆਂ ਨੂੰ ਨਹੀਂ। ਉਹ ਬਿਲਕੁਲ ਬਣਵਾਇਆ ਦੇ ਮੈਂਬਰ ਪਾਰਲੀਮੈਂਟ ਦਾ ਫੰਡ ਜਿਹੜਾ ਹੁੰਦਾ ਉਹ ਸਾਰੀ ਕੰਸਟੀਚੁਐਂਸੀ ਵਾਸਤੇ ਹੁੰਦਾ। ਮੈਂ ਤਕਰੀਬਨ ਬਰਾਬਰ ਸਾਰਿਆਂ ਨੂੰ ਫੰਡਸ ਦਿੱਤੇ। ਉਹ ਪਤਾ ਨਹੀਂ ਕਿਹੜੇ ਡਾਟਾਸ ਉਠਾ ਰਹੇ ਹੈ। ਇੱਕ ਕਰਤਾਰਪੁਰ ਦੀ ਗੱਲ ਕਰ ਰਹੇ 21 ਲੱਖ, ਉੱਥੇ ਵੀ ਕਰੋੜਾਂ 'ਚ ਰੁਪਈਆ ਦਿੱਤਾ। ਮਤਲਬ ਉਹ ਮੈਨੂੰ ਸਮਝ ਨਹੀਂ ਲੱਗਦੀ ਕਿ ਅਗਰ ਫਲੋਰ ਜਾਂਦੇ ਜੇ ਫਲੋਰ ਦਾ ਨਾਂ ਲਈ ਜਾਂਦੇ, ਹੋਰ ਕੋਈ, ਬਿਲਕੁਲ ਬਰਾਬਰ ਸਾਰਿਆਂ ਨੂੰ ਦਿੱਤੇ, ਕਿਉਂਕਿ 9 ਕੰਸਟੀਚੁਐਂਸੀਜ਼ ਹੈ ਔਰ 5 ਕਰੋੜ ਇੱਕ ਸਾਲ 'ਚ ਮਿਲਣਾ ਹੁੰਦਾ। ਉਹਦੇ ਵਿੱਚ ਮੈਂ ਡਿਸਟਰੀਬਿਊਟ ਕਰਦਾ ਕਿਤੇ ਕਿਤੇ, ਜਿੱਥੇ ਜ਼ਿਆਦਾ ਜ਼ਰੂਰਤ ਹੁੰਦੀ ਉੱਥੇ ਕਈ ਦਫਾ ਜ਼ਿਆਦਾ ਦੇਣ ਦੇ, ਇੱਥੇ ਜ਼ਿਆਦਾ ਜ਼ਰੂਰਤ ਹੈ, ਪਰ ਇਹ ਬੇਬੁਨਿਆਦ ਹੈ, ਸਾਰਾ ਮੈਂ ਬਰਾਬਰ ਦਿੱਤੇ। ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੋਟਰਾਂ ਨੂੰ, ਜਲੰਧਰ ਦੇ ਲੋਕਾਂ ਨੂੰ? ਚੌਧਰੀ ਸੰਤੋਖ ਸਿੰਘ ਕੀ ਕਹਿਣਾ ਚਾਹਣਗੇ ਕਿ ਬਈ ਇਲੈਕਸ਼ਨ ਆ ਗਿਆ ਹੈ, ਕੀ ਦਾਵਾ ਹੈ ਉਹਨਾਂ ਦਾ? ਦਾਵਾ ਤਾਂ ਚਲੋ ਤੁਹਾਡਾ ਜਿੱਤਦਾ ਹੈ, ਤੁਸੀਂ ਕਰ ਰਹੇ ਹੋ ਡਬਲ ਮਾਰਜਨ, ਵਾਅਦਾ ਕੀ ਹੈ? ਵਾਅਦਾ ਮੈਂ ਇਹ ਕਹੂੰਗਾ ਕਿ ਮੇਰੇ ਵੋਟਰਸ ਨੇ ਪਹਿਲਾਂ ਵੀ ਮੇਰੇ 'ਤੇ ਵਿਸ਼ਵਾਸ ਜਤਾਇਆ ਸੀ ਔਰ ਮੈਨੂੰ 72,000 ਵੋਟਾਂ ਨਾਲ ਚੁਣ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਿਆ ਸੀ। ਔਰ ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਦੀਆਂ ਆਸਾਂ ਉਮੀਦਾਂ 'ਤੇ ਉਤਰਿਆ ਔਰ ਬਹੁਤ ਸਾਰੇ ਕੰਮ ਕੀਤੇ। ਹੁਣ ਜਿਹੜੇ ਰਹਿ ਗਏ ਉਹ ਮੈਂ ਅਗਲੀ ਪਾਰੀ 'ਚ ਕਰਾਂਗਾ। ਔਰ ਮੈਂ ਇਹ ਵੋਟਰਾਂ ਨੂੰ ਦੇਵਾਂਗਾ ਕਿ ਜਿਹੜਾ ਪਹਿਲਾ ਵਿਸ਼ਵਾਸ ਤੁਸੀਂ ਮੇਰੇ 'ਤੇ ਜਤਾਇਆ ਸੀ ਉਸ ਨੂੰ ਮੈਂ ਜਸਟੀਫਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਔਰ ਜਸਟੀਫਾਈ ਕੀਤਾ। ਹੁਣ ਮੈਂ ਫਿਰ ਬੇਨਤੀ ਕਰੂੰਗਾ ਕਿ ਦੁਬਾਰਾ ਜਿਤਾਓ ਤਾਂ ਕਿ ਜਿਹੜੇ ਮੇਰੇ ਰਹਿ ਗਏ ਕੰਮ ਉਹਨਾਂ ਨੂੰ ਅਸੀਂ ਪੂਰਾ ਕਰੀਏ। ਔਰ ਜਿਹੜੀ ਦੇਸ਼ ਦੀ ਜ਼ਰੂਰਤ ਹੈ, ਦੇਸ਼ ਦੀ ਜ਼ਰੂਰਤ ਹੈ ਕਿ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਰਾਹੁਲ ਗਾਂਧੀ ਦੀ ਰਹਿਨੁਮਾਈ ਥੱਲੇ ਹੋਵੇ, ਉਸ ਨੂੰ ਪੂਰਾ ਕਰਨ ਵਾਸਤੇ ਮੈਂ ਹਰ ਵੋਟਰ ਨੂੰ ਬੇਨਤੀ ਕਰੂੰਗਾ ਕਿ ਆਪਣੀ ਜਿਹੜੀ ਵੋਟ ਹੈ ਕਾਂਗਰਸ ਪਾਰਟੀ ਨੂੰ ਔਰ ਮੈਨੂੰ ਵੋਟ ਕਾਸਟ ਕਰ। ਬਿਲਕੁਲ, ਜਲੰਧਰ ਵੀ ਆ ਗਿਆ ਹੈ ਤੇ ਹੁਣ ਜਲੰਧਰ ਤੋਂ ਦਿੱਲੀ ਦੀ ਦੌੜ ਫਿਰ ਸ਼ੁਰੂ ਹੋ ਗਈ ਹੈ। ਚੌਧਰੀ ਸੰਤੋਖ ਸਿੰਘ, ਥੈਂਕ ਯੂ ਵੈਰੀ ਮਚ। ਸ਼ੁਕਰੀਆ ਚੌਧਰੀ ਸਾਹਿਬ। ਹੁਣ ਤੁਸੀਂ ਰੋਡ ਸ਼ੋਅ ਕਰੋਗੇ ਇੱਥੋਂ ਦੀ ਲੈ ਕੇ ਘਰ ਤੱਕ? ਬਿਲਕੁਲ, ਤੁਹਾਡੇ ਸਾਰੇ ਲੋਕ ਇੱਥੇ ਆਏ। ਬਿਲਕੁਲ, ਜਲੰਧਰ ਆ ਗਿਆ ਤੇ ਜਲੰਧਰ ਤੋਂ ਹੁਣ ਇੱਕ ਹੋਰ
ਰੇਸ ਜਿਹੜੀ ਰੇਸ ਸ਼ੁਰੂ ਹੋਏਗੀ ਦੁਬਾਰਾ ਚੌਧਰੀ ਸਾਹਿਬ ਦੀ ਦਿੱਲੀ ਤੋਂ ਲੈ ਕੇ ਦਿੱਲੀ ਲਈ, ਉਹ ਅਸੀਂ ਦੇਖਾਂਗੇ। ਬਾਹਰ ਇਹਨਾਂ ਨੇ ਰੋਡ ਸ਼ੋਅ ਰੱਖਿਆ ਹੋਇਆ ਤੇ ਇਹਨਾਂ ਦੇ ਬੇਟੇ ਹੈ, ਉਹਨਾਂ ਨਾਲ ਵੀ ਕੁਝ ਗੱਲਬਾਤ ਕਰਦੇ ਆ, ਉਹ ਵੀ ਉਹਨਾਂ ਦੇ ਨਾਲ ਆਏ। ਤੁਸੀਂ ਆਓ ਪਹਿਲਾਂ। ਬਿਲਕੁਲ, ਕਿਸ ਤਰੀਕੇ ਦਾ ਲੱਗ ਰਿਹਾ ਹੈ ਸਫ਼ਰ? बहुत अच्छा है। कांग्रेस लीडरशिप ने चौधरी साहब ने दोबारा एक मौका दिता है और मैनू पूर्ण विश्वास है कि कांग्रेस पार्टी का हर वर्कर, हर लीडर कांग्रेस पार्टी की, राहुल गांधी की, कैप्टन अमरिंदर सिंह जी की, चौधरी साहब की इत्थों जित यकीनी बना के इन्हों दिल्ली भेजणगे। और जिस तरह इन्होंने पिछले 5 साल अपने लोक सभा हल्का जलंधर की आवाज़ उत्थे बुलंद की, मैनू पूर्ण विश्वास है कि दोबारा जो ये पार्लीमेंट में जित के जाएंगे, ये अपने इलाके के मसले उत्थे उठाउणगे और अपने इलाके नूं अगे ले जाण वास्ते पूरी कोशिश करेंगे। ਬਿਲਕੁਲ, ਤੁਸੀਂ ਵੀ ਇੰਨੇ ਲੰਬੇ ਟਾਈਮ ਤੋਂ ਕਾਂਗਰਸ ਦੇ ਨਾਲ ਜੁੜੇ ਹੋ, ਇਲੈਕਸ਼ਨ ਕੰਟੈਸਟ ਕਰਦੇ ਹੋ, ਓਵਰਆਲ ਤਸਵੀਰ ਕੀ ਨਜ਼ਰ ਆ ਰਹੀ ਹੈ ਪੂਰੇ ਮੁਲਕ ਨੂੰ ਅਗਰ ਦੇਖਿਆ ਜਾਏ ਤਾਂ? ओवरऑल तस्वीर ये आ रही है कि ਜਿਹੜੇ नरेंद्र मोदी जी ने वो जा रहे ने और राहुल गांधी आ रहे ने। ਪਰ ਨਰਿੰਦਰ ਮੋਦੀ ਨੂੰ ਵਾਪਸ ਭੇਜਣ ਲਈ ਸਾਰੇ ਇਕੱਠੇ ਤਾਂ ਨਹੀਂ ਹੋ ਪਾ ਰਹੇ ਨਾ, ਟੁਕੜਿਆਂ 'ਚ ਸਾਰਿਆਂ ਦਾ ਟਾਰਗੇਟ ਇੱਕੋ ਹੀ ਹੈ, ਪਰ ਸਾਰੇ ਟੁਕੜਿਆਂ 'ਚ। ਸਾਰੀ ਪਾਰਟੀਆਂ ਆਪਣਾ ਕਾਡਰ ਨੂੰ ਲੈ ਕੇ ਦੇਸ਼ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਔਰ ਮੈਨੂੰ ਪੂਰਨ ਆਸ ਹੈ ਕਿ ਆਉਣ ਵਾਲੀ 24 ਤਰੀਕ ਨੂੰ ਜਦੋਂ 23 ਨੂੰ ਰਿਜ਼ਲਟ ਆਉਣਗੇ ਤਾਂ ਨਰਿੰਦਰ ਮੋਦੀ ਔਰ ਬੀਜੇਪੀ ਦਾ ਇੱਥੋਂ ਦੇਸ਼ 'ਚੋਂ ਸਫਾਇਆ ਹੋਏਗਾ ਔਰ ਕਾਂਗਰਸ ਪਾਰਟੀ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਪਾਰਟੀਆਂ ਨੇ ਉਹ ਦੇਸ਼ ਦੀ ਸਰਕਾਰ ਬਣਾਉਣਗੀਆਂ। ਬਿਲਕੁਲ ਚੌਧਰੀ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਨਰਿੰਦਰ ਮੋਦੀ ਜਾਣਗੇ, ਇੱਕ ਸਭ ਤੋਂ ਵੱਡਾ ਪੁਆਇੰਟ ਕਿਹੜਾ ਹੋਏਗਾ, ਜਿਹੜਾ ਸਭ ਤੋਂ ਵੱਡਾ ਗਲਤ ਫੈਸਲਾ ਕਿਹੜਾ ਰਿਹਾ ਹੋਏਗਾ ਇਸ ਸਰਕਾਰ ਦਾ ਪਿਛਲੇ 5 ਸਾਲਾਂ 'ਚ? ਨਰਿੰਦਰ ਮੋਦੀ ਜੀ ਦੀ ਸਰਕਾਰ ਵਿੱਚ ਕੋਈ ਸਹੀ ਫੈਸਲਾ ਹੋਇਆ ਹੀ ਨਹੀਂ ਹੈ। ਹਰ ਵਰਗ ਨੂੰ ਮਾਰਨ ਦਾ ਕੰਮ ਕੀਤਾ ਗਿਆ ਹੈ। ਜਿਸ ਤਰ੍ਹਾਂ ਡੀਮੋਨੇਟਾਈਜੇਸ਼ਨ ਕੀਤੀ, ਜਿਸ ਤਰ੍ਹਾਂ GST ਲਿਆਂਦੀ, ਜਿਸ ਤਰ੍ਹਾਂ ਦੇਸ਼ ਦੇ ਨੌਜਵਾਨਾਂ ਨਾਲ ਧੋਖਾ, ਇਹ ਸਾਰੇ ਮੁੱਦਿਆਂ ਤੇ ਲੋਕ ਵੀ ਗੱਲ ਕਰ ਰਹੇ ਹੈ। ਇਹ ਪੂਰਾ ਦੇਸ਼ ਇਹਦਾ ਜਵਾਬ ਦੇਗਾ ਆਉਣ ਵਾਲੀ 23 ਤਰੀਕ। ਮੋਦੀ ਜੇ ਕੈਸੇ ਪ੍ਰਾਈਮ ਮਿਨਿਸਟਰ ਬਣੇ ਜਿਹੜੇ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ, ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ ਜਿਸ ਨੂੰ ਰਾਹੁਲ ਗਾਂਧੀ ਕਹਿੰਦੇ, ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ। ਦੂਸਰੀਆਂ ਪਾਰਟੀਆਂ ਕੋਈ ਕੈਂਡੀਡੇਟ ਹੀ ਨਹੀਂ, ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ। ਮੋਦੀ ਜੇ ਕੈਸੇ ਪ੍ਰਾਈਮ ਮਿਨਿਸਟਰ ਬਣੇ ਜਿਹੜੇ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ, ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ ਜਿਸ ਨੂੰ ਰਾਹੁਲ ਗਾਂਧੀ ਕਹਿੰਦੇ, ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ। ਦੂਸਰੀਆਂ ਪਾਰਟੀਆਂ ਕੋਈ ਕੈਂਡੀਡੇਟ ਹੀ ਨਹੀਂ, ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ। ਬੀਜੇਪੀ ਇਹਨਾਂ ਦੋਨਾਂ ਨੂੰ ਇਸ਼ੂ ਨਹੀਂ ਬਣਾ ਰਹੀ, ਵੋਟ ਉਹ ਹਾਲੇ ਵੀ ਉਹਨਾਂ ਦਾ ਪੈਟਰਨ ਹਿੰਦੂ ਮੁਸਲਿਮ ਵਾਲਾ ਹੀ ਹੈ, ਕਿਉਂਕਿ ਇਲੈਕਸ਼ਨ ਇਹਨਾਂ ਨਜ਼ਦੀਕ ਆ ਗਏ ਤਾਂ ਵੀ। ਦੇਖੋ, ਦੇਸ਼ ਦੀ ਜਿਹੜੀ ਲੋੜ ਹੈ ਉਹ ਦੇਸ਼ ਦੀ ਆਰਥਿਕ ਅਵਸਥਾ ਨੂੰ ਮਜ਼ਬੂਤ ਕਰਨਾ, ਦੇਸ਼ ਦੇ ਨੌਜਵਾਨਾਂ ਨੂੰ ਇੰਪਲੋਇਮੈਂਟ ਮਿਲਣਾ, ਦੇਸ਼ ਦੇ ਜਿਹੜੇ ਗਰੀਬ ਹੈ ਉਹਨਾਂ ਨੂੰ ਰੋਟੀ ਮਿਲਣਾ, ਦੇਸ਼ ਦਾ ਜਿਹੜਾ ਕਿਸਾਨ ਹੈ ਉਸ ਦੀ ਕਿਸਾਨੀ ਨੂੰ ਰਾਹਤ ਮਿਲਣਾ, ਇਹ ਦੇਸ਼ ਦੀ ਲੋੜ ਹੈ। ਪਰ ਮੋਦੀ ਸਰਕਾਰ ਜਿਹੜੀ ਮੋਦੀ ਜੀ ਦੀ ਜਿਹੜੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ, ਔਰ ਜਿਸ ਦੇ ਵਿੱਚ ਦੂਸਰੀ RSS ਪਾਰਟੀ ਦਾ ਜਿਹੜਾ ਕੰਬੀਨੇਸ਼ਨ ਹੈ, ਇਹ ਦੇਸ਼ ਨੂੰ ਮਜ਼ਹਬ ਦੇ ਨਾਂ 'ਤੇ ਵੰਡਣਾ ਚਾਹੁੰਦੇ ਹੈ, ਧਰਮ ਦੇ ਨਾਂ 'ਤੇ ਵੋਟਾਂ ਲੈਣੀਆਂ ਚਾਹੁੰਦੇ ਹੈ। ਇੱਕ ਬੜੀ ਚਿੰਤਾਜਨਕ ਸਥਿਤੀ ਦੇਸ਼ ਵਿੱਚ ਪੈਦਾ ਕਰ ਦਿੱਤੀ ਹੈ। ਕਿਤੇ ਮੁਸਲਿਮ ਰਾਈਟਸ ਹੋ ਰਹੇ ਹੈ, ਕਿਤੇ ਕ੍ਰਿਸਚਨਸ 'ਤੇ ਹਮਲਾ ਹੋਇਆ, ਦਲਿਤਾਂ 'ਤੇ ਹੋਇਆ। ਸੋ ਮੈਂ ਸਮਝਦਾ ਕਿ ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ ਜਿਹੜੀ ਦੇਸ਼ ਦੇ ਲੋਕਾਂ ਦੀ ਜਿਹੜੀ ਆਸਾਂ ਉਮੀਦਾਂ, ਜੋ ਉਹਨਾਂ ਦੀਆਂ ਲੋੜਾਂ, ਉਹਨਾਂ ਨੂੰ ਪੂਰਾ ਕਰੇ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ, GST ਗੱਬਰ ਸਿੰਘ ਟੈਕਸ ਰਾਹੁਲ ਗਾਂਧੀ ਕਹਿੰਦੇ ਹੈ, ਔਰ ਅਸੀਂ ਘੋਸ਼ਣਾ ਪੱਤਰ 'ਚ ਕਿਹਾ ਕਿ ਅਸੀਂ GST ਰਜੀਮ 2 ਲਿਆਵਾਂਗੇ, ਇਸ ਨੂੰ ਰਿਵਿਊ ਕਰਾਂਗੇ, ਇਸ ਨੂੰ ਸਿੰਪਲੀਫਾਈ ਕਰਾਂਗੇ। ਸਿੰਗਲ ਸਲੈਬ, ਇੱਕ ਸਲੈਬ
ਉਸ ਦੀ ਲਿਆਵਾਂਗੇ। ਸੋ ਹਰ ਜਿਹੜੀ ਇਹਨਾਂ ਨੇ ਤਾਂਦਲੀ ਮਚਾਈ ਹੈ ਉਸ ਨੂੰ ਅਸੀਂ ਚੇਂਜ ਕਰਾਂਗੇ। ਇਹਨੀ ਡੀਮੋਨੇਟਾਈਜ਼ ਕੀਤੀ ਦੇਸ਼ ਦੀ ਵਿਵਸਥਾ, ਆਰਥਿਕ ਵਿਵਸਥਾ ਅਸੀਂ ਮੋਨੇਟਾਈਜ਼ ਕਰਾਂਗੇ। ਆ ਜਦੋਂ ਇੰਨੀ ਭਾਰੀ ਗਿਣਤੀ ਵਿੱਚ ਨੌਕਰੀਆਂ ਮਿਲ ਜਾਣਗੀਆਂ, ਜਦੋਂ ਹਰ ਘਰ 'ਚ 72,000 ਰੁਪਏ ਚਲੇ ਜਾਏਗਾ ਤਾਂ ਉਹ ਫਿਰ ਮੋਨੇਟਾਈਜ਼ ਹੋਏਗਾ ਦੇਸ਼ ਦੀ ਆਰਥਿਕ ਵਿਵਸਥਾ ਠੀਕ ਹੋਏਗੀ, ਦੇਸ਼ ਦੀ ਅਨਪਲੋਇਮੈਂਟ दूर होएगी और 2020 तक 2001 साल ਦੇ ਅੰਦਰ ਇਹ ਸਾਰਾ ਕੁਝ ਹੋਣਾ ਔਰ ਜਿਹੜੀ ਨੌਕਰੀਆਂ ਵੀ ਪਹਿਲੇ ਸਾਲ ਦੇ ਵਿੱਚ ਹੋਣੀਆਂ ਔਰ ਇਹ ਸੰਕਲਪ ਹੈ ਕਾਂਗਰਸ ਪਾਰਟੀ ਦਾ ਕਿ ਅਸੀਂ ਦੇਸ਼ ਚੋਂ ਗਰੀਬੀ ਹਟਾਉਣੀ ਹੈ। ਇਸ ਆ ਜਿਹੜੀ ਮਿਨੀਮਮ ਇਨਕਮ ਜਿਹੜੀ ਗਰੰਟੀ ਸਕੀਮ ਜਿਹੜੀ ਲਿਆਂਦੀ ਹੈ ਇਸ ਦੇ ਨਾਲ देश चो गरीबी रेडिकेट होएगी। चौधरी साहब फिर सवाल तो वही है कि कांग्रेस ही इन्ने लंबे समय तो राज कर रही है, इंदिरा गांधी तो लैके उस तो पहला भी गरीबी, पर हुण तक गरीबी तो है नहीं। कांग्रेस दी जदों भी सरकार बनी है, इंदिरा गांधी जी दी गवर्नमेंट बनी ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਗਰੀਬੀ ਹਟਾਓ ਦਾ ਨਾਰਾ ਲਾਇਆ। ਬੈਂਕਾਂ ਨੈਸ਼ਨਲਾਈਜ਼ ਹੋਈਆਂ, ਛੋਟੇ ਲੋਕਾਂ ਨੇ ਗਰੀਬਾਂ ਦੇ ਧੰਦੇ ਆਪਣੇ ਸ਼ੁਰੂ ਕੀਤੇ, ਕਿਸੇ ਨੇ ਟੈਕਸੀ ਖਰੀਦੀ, ਕਿਸੇ ਨੇ 3 ਵੀਲਰ ਖਰੀਦਿਆ, ਉਸ ਦੇ ਨਾਲ ਗਰੀਬੀ ਹਟੀ। ਸੋ ਅੱਜ ਮੈਂ ਸਮਝਦਾ ਕਿ ਅੱਜ ਲੋੜ ਹੈ ਕਿ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਔਰ ਜਿਸ ਦਾ ਜਿਹੜਾ ਵਿਜ਼ਨ ਹੈ, ਕਾਂਗਰਸ ਪਾਰਟੀ ਦਾ ਆਪਣਾ ਵਿਜ਼ਨ ਹੈ, ਕਾਂਗਰਸ ਪਾਰਟੀ ਦੀ ਆਪਣੀ ਆਈਡੀਓਲੋਜੀ ਹੈ, ਵਿਚਾਰਧਾਰਾ ਹੈ। ਅਸੀਂ ਉਸ ਦੇ ਆਧਾਰ 'ਤੇ ਹੀ ਇਲੈਕਸ਼ਨ ਲੜਨ ਜਾ ਰਹੇ ਹਾਂ। ਅਸੀਂ ਧਰਮ ਦੇ ਨਾਂ 'ਤੇ ਜਿਸ ਤਰ੍ਹਾਂ ਬੀਜੇਪੀ ਲੜਨ ਜਾ ਰਹੀ ਉਸ 'ਤੇ ਨਹੀਂ ਲੜਨ ਜਾ ਰਹੇ। ਅਸੀਂ ਆਪਣੀ ਜਿਹੜੀ ਪਰਫਾਰਮੈਂਸ, ਆਪਣੀ ਜਿਹੜੀ ਵਿਚਾਰਧਾਰਾ ਉਸ 'ਤੇ ਲੜਾਂਗੇ, ਆਪਣਾ ਜਿਹੜਾ ਘੋਸ਼ਣਾ ਪੱਤਰ ਉਸ 'ਤੇ ਲਵਾਂਗੇ। ਔਰ ਖਾਸ ਕਰਕੇ ਪੰਜਾਬ ਪ੍ਰਾਂਤ ਵਿੱਚ ਮੈਂ ਸਮਝਦਾ ਕਿ ਇੱਕ ਵੱਡਾ ਦੌਰ ਜਿਹੜਾ ਵਿਕਾਸ ਹੈ ਕੈਪਟਨ ਅਮਰਿੰਦਰ ਸਿੰਘ ਲਿਆਏ ਹੈ ਔਰ ਉਸ ਨੂੰ ਵੀ ਅਸੀਂ ਸਾਹਮਣੇ ਰੱਖਾਂਗੇ। ਜਲੰਧਰ ਸੀਟ ਦੀ ਅਗਰ ਗੱਲ ਕਰੀਏ, ਕਾਂਗਰਸ ਲਈ ਤਾਂ ਫੇਵਰੇਟ ਸੀਟ ਰਹੀ ਹੈ। ਇਤਿਹਾਸ ਅਗਰ ਦੇਖਿਆ ਜਾਏ ਤਾਂ ਕਾਂਗਰਸ ਜਿੱਤਦੀ ਆਈ ਹੈ ਜ਼ਿਆਦਾਤਰ, ਮੈਨੂੰ ਲੱਗਦਾ 2-3 ਮਾਮਲਿਆਂ ਨੂੰ ਛੱਡ ਦਈਏ ਤਾਂ। ਹੁਣ ਜਿਹੜੇ ਉਮੀਦਵਾਰ ਹੈ ਜਲੰਧਰ ਤੋਂ ਅਕਾਲੀ ਬੀਜੇਪੀ ਦੇ, ਉਹਨਾਂ ਦੇ ਨਾਲ ਤੁਸੀਂ ਕਿਸ ਤਰੀਕੇ ਦਾ ਮੁਕਾਬਲਾ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ, ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਆਏ ਹੈ ਉਹ ਦੂਸਰੇ ਜ਼ਿਲ੍ਹੇ 'ਚੋਂ ਆਏ ਹੈ। ਉਹਨਾਂ ਦਾ ਕੰਮ ਹੀ ਹੈ ਕਿ ਕਦੀ ਕੋਈ ਇਲੈਕਸ਼ਨ ਕਿਸੇ ਕੰਸਟੀਚੁਐਂਸੀ ਲੜਦੇ, ਕਦੀ ਕਿਸੇ ਲੜਦੇ। ਪਹਿਲਾਂ ਵੀ ਉਹ ਮੇਰੇ ਵੱਡੇ ਭਾਈ ਚੌਧਰੀ ਜਗਜੀਤ ਸਿੰਘ ਦੇ ਖਿਲਾਫ ਕਰਤਾਰਪੁਰ ਅਸੈਂਬਲੀ ਸੀਟ ਲੜੇ ਸੀ, ਉਹ ਹਾਰ ਗਏ ਸੀ। ਹੁਣ ਉਹਨਾਂ ਨੂੰ ਬਾਹਰੋਂ ਲਿਆਂਦਾ ਗਿਆ। ਇਸੇ ਤਰ੍ਹਾਂ ਦੂਸਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਉਹ ਵੀ ਮੋਗੇ ਤੋਂ ਲਿਆਏ। ਤਾਂ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਦੂਸਰੀਆਂ ਪਾਰਟੀਆਂ ਕੋ ਕੋਈ ਕੈਂਡੀਡੇਟ ਹੀ ਹਨ। ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਔਰ ਉਹ ਪ੍ਰਵਾਸੀ ਜਿਹੜੇ ਕੈਂਡੀਡੇਟ ਉਹਨਾਂ ਨੇ ਲਿਆਂਦੇ ਆ। ਮੈਂ ਨਹੀਂ ਸਮਝਦਾ ਮੇਰਾ ਕੋਈ ਉਹਨਾਂ ਦਾ ਮੁਕਾਬਲਾ। ਮੈਂ ਇਸੇ ਕਰਕੇ ਪਹਿਲਾਂ ਕਿਹਾ ਸੀ ਕਿ ਮੈਂ ਜਿਹੜੀ ਪਹਿਲੀ ਮੇਰੀ ਜਿਹੜਾ ਮਾਰਜਨ ਸੀ ਉਸ ਤੋਂ ਮੈਂ ਡਬਲ ਕਰਾਂਗਾ, ਕਿਉਂਕਿ ਲੋਕਾਂ 'ਚ ਬੜੀ ਖੁਸ਼ੀ ਹੈ, ਬੜੀ ਲੋਕ ਉਤਸ਼ਾਹ ਹੈ। ਲੋਕ ਸੈਂਟਰ ਵਿੱਚ, ਦਿੱਲੀ ਵਿੱਚ ਰਾਹੁਲ ਗਾਂਧੀ ਦੀ ਸਰਕਾਰ ਦੇਖਣਾ ਚਾਹੁੰਦੇ ਔਰ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀਆਂ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਜਿੱਤੇਗੀ। ਮੋਦੀ ਜੇ ਕੈਸੇ ਪ੍ਰਾਈਮ ਮਿਨਿਸਟਰ ਬਣੇ ਜਿਹੜੇ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ, ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ ਜਿਸ ਨੂੰ ਰਾਹੁਲ ਗਾਂਧੀ ਕਹਿੰਦੇ। ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ। ਦੂਸਰੀਆਂ ਪਾਰਟੀਆਂ ਕੋ ਕੋਈ ਕੈਂਡੀਡੇਟ ਹੀ ਹਨ। ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ। ਮੋਦੀ ਜੇ ਕੈਸੇ ਪ੍ਰਾਈਮ ਮਿਨਿਸਟਰ ਬਣੇ ਜਿਹੜੇ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ, ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ ਜਿਸ ਨੂੰ ਰਾਹੁਲ ਗਾਂਧੀ ਕਹਿੰਦੇ। ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ। ਦੂਸਰੀਆਂ ਪਾਰਟੀਆਂ ਕੋ ਕੋਈ ਕੈਂਡੀਡੇਟ ਹੀ ਹਨ। ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਭ ਤੋਂ ਵੱਡੀਆਂ ਚੋਣਾਂ ਦਾ ਜ਼ੋਰ ਤੇ ਸ਼ੋਰ ਪੂਰੇ ਹਿੰਦੁਸਤਾਨ 'ਚ ਸੁਣਨ ਨੂੰ ਮਿਲ ਰਿਹਾ ਹੈ।
ਇਹਨਾਂ ਦਿਨਾਂ 'ਚ ਲੀਡਰਾਂ ਵਾਸਤੇ ਦੋ ਵੱਡੇ ਚੈਲੰਜ ਹੁੰਦੇ ਆ। ਇੱਕ ਤਾਂ ਪਾਰਟੀ ਦੀ ਟਿਕਟ ਲੈਣਾ ਅਤੇ ਉਸ ਤੋਂ ਬਾਅਦ ਦਿੱਲੀ ਦੀ ਦੌੜ। ਜਲੰਧਰ ਤੋਂ ਕਾਂਗਰਸ ਦੇ ਸਿਟਿੰਗ ਐਮਪੀ ਚੌਧਰੀ ਸੰਤੋਖ ਸਿੰਘ ਦਿੱਲੀ ਤੋਂ ਟਿਕਟ ਲੈ ਕੇ ਜਲੰਧਰ ਜਾ ਰਹੇ ਨੇ। ਸਾਡੇ ਨਾਲ ਟ੍ਰੇਨ 'ਚ ਹੀ ਨੇ। ਟ੍ਰੇਨ 'ਚ ਹੀ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਜਲੰਧਰ ਤੋਂ ਦਿੱਲੀ ਰਸਤਾ ਜਾਂਦਾ ਕਿਸ ਤਰੀਕੇ ਨਾਲ ਹੈ। ਚੌਧਰੀ ਸਾਹਿਬ, ਟਿਕਟ ਮਿਲ ਗਈ, ਕਿੰਨਾ ਫੀਲ ਫ੍ਰੀ ਹੁੰਦਾ ਜਦੋਂ ਪਾਰਟੀ ਦੀ ਟਿਕਟ ਮਿਲ ਜਾਂਦੀ ਹੈ ਕੈਂਡੀਡੇਟ ਨੂੰ? ਦੇਖੋ, ਸਭ ਤੋਂ ਪਹਿਲਾਂ ਮੈਂ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਔਰ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦੁਬਾਰਾ ਸੈਕੰਡ ਟਾਈਮ ਮੇਰੇ ਤੇ ਆਪਣਾ ਵਿਸ਼ਵਾਸ ਜਤਾਇਆ। ਔਰ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਇਹ ਜਿਹੜੀ ਸੀਟ ਹੈ ਪਹਿਲੇ ਨਾਲੋਂ ਦੁੱਗਣੇ ਮਾਰਜਨ ਤੇ ਇਸ ਤੋਂ ਜਿੱਤ ਕੇ ਦਵਾਂਗਾ। ਦੁੱਗਣਾ ਮਾਰਜਨ ਕਿਉਂ ਲੱਗ ਰਿਹਾ ਤੁਹਾਨੂੰ? ਇਸ ਕਰਕੇ ਲੱਗ ਰਿਹਾ ਕਿ ਇੱਕ ਤਾਂ ਜਿਹੜੀ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਔਰ ਜਿਹੜੀ ਡਰਾਈਵ ਰਾਹੁਲ ਗਾਂਧੀ ਜੀ ਨੇ ਸਾਰੇ ਦੇਸ਼ ਵਿੱਚ ਜਿਹੜੀ ਸ਼ੁਰੂ ਕੀਤੀ ਹੈ, ਉਹ ਇੱਕ ਲੋਕ ਪੱਖੀ ਮੈਨੀਫੈਸਟੋ ਹੈ। ਉਸ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਰਾਹਤਾਂ ਜਿਹੜੀਆਂ ਆਮ ਲੋਕ ਜਿਹੜੇ ਹੈਗੇ ਉਹਨਾਂ ਨੂੰ ਦਿੱਤੀਆਂ ਗਈਆਂ। ਨਿਊਨਤਮ ਰੋਜ਼ਗਾਰ ਯੋਜਨਾ ਬਣਾਈ ਗਈ, ਜਿਸ ਦੇ ਤਹਿਤ ਹਰ ਪਰਿਵਾਰ ਜਿਹੜਾ ਗਰੀਬ ਹੈ ਉਸ ਨੂੰ 72,000 ਰੁਪਈਆ ਸਾਲਾਨਾ ਉਸ ਦੇ ਹਿਸਾਬ ਵਿੱਚ ਜਾਣਾ। ਔਰ ਇਸੇ ਤਰ੍ਹਾਂ ਜਿੰਨਾ ਵੀ ਬੈਕਲੌਗ ਹੈ ਸਰਕਾਰੀ ਨੌਕਰੀਆਂ 'ਚ, ਭਾਰਤ ਸਰਕਾਰ 'ਚ ਕੋਈ ਤਕਰੀਬਨ ਪਹਿਲੇ ਗੇੜ ਵਿੱਚ 4 ਲੱਖ ਜਿਹੜੀਆਂ ਨੌਕਰੀਆਂ ਉਹ ਅਸੀਂ ਅਨਾਉਂਸ ਕੀਤੀਆਂ ਕਿ ਅਸੀਂ ਪਹਿਲੇ ਸਾਲ ਹੀ ਉਸ ਨੂੰ ਦੇਵਾਂਗੇ। ਔਰ ਇਸ ਦੇ ਨਾਲ ਨਾਲ ਰੋਜ਼ਗਾਰ ਦੇ ਹੋਰ ਸਾਧਨ ਜਿਹੜੇ ਇੰਟਰਪ੍ਰੈਨਿਓਰ ਜਿਹੜੇ ਲੋਕ ਉਹਨਾਂ ਨੂੰ ਰਾਹਤ ਦਿੱਤੀ ਹੈ, ਜਿਸ ਦੇ ਨਾਲ ਜਿਹੜਾ ਕੋਈ ਨਵਾਂ ਕੰਮ ਸ਼ੁਰੂ ਕਰੇਗਾ ਉਸ ਨੂੰ 3 ਸਾਲ ਵਾਸਤੇ ਕੋਈ ਉਸ ਦਾ ਜਿਹੜਾ ਫਾਰਮੈਲਿਟੀ ਨਹੀਂ ਕਰਨੀ ਪਏਗੀ। ਔਰ ਇਸੇ ਤਰ੍ਹਾਂ ਕ੍ਰਿਸ਼ੀ ਖੇਤਰ ਵਿੱਚ, ਇੰਡਸਟਰੀ 'ਚ, ਹਰ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਗਰਾਮ ਲਿਖੇ ਸਾਡੇ ਮੈਨੀਫੈਸਟੋ 'ਚ। ਔਰ ਉਹ ਮੈਨੀਫੈਸਟੋ ਲੈ ਕੇ ਅਸੀਂ ਜਨਤਾ ਦੀ ਕਚਹਿਰੀ ਵਿੱਚ ਜਾਵਾਂਗੇ। ਔਰ ਇਸ ਦੇ ਨਾਲ ਨਾਲ ਇਹ ਇੱਕ ਨੈਸ਼ਨਲ ਜਿਹੜੀ ਮੈਂ ਗੱਲ ਕੀਤੀ, ਪਰ ਇਸ ਦੇ ਨਾਲ ਨਾਲ ਕਿਉਂਕਿ ਮੈਂ ਪੰਜਾਬ 'ਚ ਇਲੈਕਸ਼ਨ ਲੜ ਰਿਹਾ, ਜਲੰਧਰ ਦੁਆਬੇ ਦਾ ਇੱਕ ਵੱਡਾ ਸੈਂਟਰ ਹੈ। ਪੰਜਾਬ ਵਿੱਚ ਜੋ ਪਿਛਲੇ 2 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਜਿਹੜੀ ਸਰਕਾਰ ਹੈ, ਉਸਨੇ ਇੱਕ ਨਵਾਂ ਦੌਰ ਉਹਨਾਂ ਨੇ ਆਰੰਭਿਆ। ਦੇਸ਼ ਦਾ ਮੈਂ ਸਮਝਦਾ ਕਿ ਪਹਿਲਾ ਸੂਬਾ, ਪਹਿਲੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਨ੍ਹਾਂ ਨੇ ਬਣਦੇ ਸਾਰ ਹੀ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ। ਔਰ ਇੱਕ ਵੱਡੀ ਜਿਹੜੀ ਲਾਹਨਤ ਪਿਛਲੀ ਸਰਕਾਰ ਛੱਡ ਗਈ ਸੀ ਨਸ਼ਿਆਂ ਦੀ, ਉਸ 'ਤੇ ਕਾਬੂ ਕੀਤਾ। ਔਰ ਅਸੀਂ ਬਹੁਤ ਵੱਡੇ ਵੱਡੇ ਜਿਹੜੇ ਰੋਜ਼ਗਾਰ ਮੇਲੇ ਲਗਾ ਕੇ ਲੱਖਾਂ ਹੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਚੀਜ਼ਾਂ ਜਦੋਂ ਅਸੀਂ ਲੈ ਕੇ ਜਾਵਾਂਗੇ, ਔਰ ਉਸ ਦੇ ਨਾਲ ਨਾਲ ਜਿਹੜੀ ਮੇਰੀ ਪਿਛਲੇ 5 ਸਾਲ ਦੀ ਪਰਫਾਰਮੈਂਸ। ਬਿਲਕੁਲ, ਉੱਥੇ ਵੀ ਆਵਾਂਗੇ, ਤੁਹਾਡੇ ਪਿਛਲੇ 5 ਸਾਲ ਤੇ ਵੀ ਆਵਾਂਗੇ। ਪਰ ਪਹਿਲਾਂ ਇਹ ਦੱਸੋ ਕਿ ਜਦੋਂ ਟਿਕਟ ਮਿਲ ਜਾਂਦੀ ਹੈ ਫਿਰ ਕਿੰਨਾ ਕੁ ਸਫ਼ਰ ਜਿਹੜਾ ਹੈ ਇੱਕ ਉਮੀਦਵਾਰ ਦਾ ਦਿੱਲੀ ਤੱਕ ਦਾ ਮੁਕੰਮਲ ਹੋ ਜਾਂਦਾ? ਦੇਖੋ, ਜਿਹੜੀ ਟਿਕਟ ਦੀ ਇਸ ਕਾਂਗਰਸ ਪਾਰਟੀ ਦਾ ਇੱਕ ਪ੍ਰੋਸੀਜਰ ਹੈ। ਸਭ ਤੋਂ ਪਹਿਲਾਂ ਸਟੇਟ ਇਲੈਕਸ਼ਨ ਕਮੇਟੀ ਬੈਠਦੀ ਹੈ, ਉਸ ਤੋਂ ਬਾਅਦ ਸਕਰੀਨਿੰਗ ਕਮੇਟੀ 'ਚ ਸਕਰੀਨਿੰਗ ਹੁੰਦੀ ਹੈ, ਉਸ ਤੋਂ ਬਾਅਦ CEC ਸੈਂਟਰਲ ਇਲੈਕਸ਼ਨ ਕਮੇਟੀ ਜਿਹੜੀ ਉਹ ਬੈਠਦੀ ਹੈ। ਪਰ ਮੈਂ ਸਮਝਦਾ ਮੈਨੂੰ ਪੂਰਾ ਕੌਨਫੀਡੈਂਟ ਸੀ ਕਿ ਮੈਨੂੰ ਹੀ ਦੁਬਾਰਾ ਮੇਰੀ ਪਾਰਟੀ ਰਿਪੀਟ ਕਰੇਗੀ, ਕਿਉਂਕਿ ਸਾਰੇ ਸਿਟਿੰਗ ਐਮਪੀ ਨੂੰ ਰਿਪੀਟ ਕੀਤਾ। ਰਿਪੀਟ ਕੀਤੀ। ਇਹ ਜਿਹੜਾ ਇਲੈਕਸ਼ਨ ਹੈ ਚੌਧਰੀ ਸਾਹਿਬ, ਇਹ ਇੱਕ ਅਜੀਬੋ-ਗਰੀਬ ਇਲੈਕਸ਼ਨ ਲੱਗ ਰਿਹਾ ਹੈ। ਇੱਦਾਂ ਲੱਗ ਰਿਹਾ ਹੈ ਕਿ ਸੈਂਟਰ ਦਾ ਇਲੈਕਸ਼ਨ ਨਹੀਂ ਹੈ, ਸਟੇਟਸ ਦਾ ਇਲੈਕਸ਼ਨ ਹੈ। ਮਤਲਬ ਹਰ ਸਟੇਟ ਮੋਦੀ ਦੇ ਖਿਲਾਫ ਤਾਂ ਲੜਨਾ ਚਾਹੁੰਦਾ ਹੈ, ਪਰ ਅਲੱਗ-ਅਲੱਗ। ਇੱਦਾਂ ਤੁਹਾਨੂੰ ਕਿਉਂ ਲੱਗਦਾ ਹੈ? ਨਹੀਂ, ਦੇਖੋ, ਹਰ ਸਟੇਟ ਦੇ ਸਮੀਕਰਨ ਅਲੱਗ ਹੈ। ਹਰ ਸਟੇਟ ਦੀ ਜੀਓਗ੍ਰਾਫੀਕਲ, ਇਕਨੋਮਿਕ ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਪ੍ਰੋਬਲਮਸ ਡਿਫਰੈਂਟ ਹੈ। ਪਰ ਮੋਦੀ ਜੀ ਇੱਕ ਐਸੇ ਪ੍ਰਾਈਮ ਮਿਨਿਸਟਰ ਬਣੇ ਆ ਜਿਹੜੀ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ। ਦੇਸ਼ ਦਾ ਕਿਸਾਨ ਇਨਸਿਕਿਉਰ ਮਹਿਸੂਸ ਕਰ ਰਿਹਾ, ਦੇਸ਼ ਦਾ ਦਲਿਤ ਇਨਸਿਕਿਉਰ ਮਹਿਸੂਸ ਕਰ ਰਿਹਾ, ਦੇਸ਼ ਦਾ ਨੌਜਵਾਨ ਜਿਹੜਾ ਮੋਦੀ ਜੀ ਨੇ ਕਿਹਾ ਸੀ ਕਿ ਮੈਂ 2 ਕਰੋੜ ਨੌਕਰੀ ਦਾਂਗਾ, ਉਹ 1 ਲੱਖ ਵੀ ਨਹੀਂ ਦੇ ਸਕੇ, ਬਲਕਿ ਮੇਰਾ ਖਿਆਲ 4 ਕਰੋੜ ਦੀਆਂ ਜਿਹੜੀਆਂ ਨੌਕਰੀਆਂ ਹਟ ਗਈਆਂ ਇਹਨਾਂ ਦੇ ਰਜੀਮ ਦੇ ਵਿੱਚ। ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ, ਜਿਸ ਨੂੰ ਰਾਹੁਲ ਗਾਂਧੀ ਕਹਿੰਦੇ ਆ। ਮੋਦੀ ਜੀ ਇੱਕ ਐਸੇ ਪ੍ਰਾਈਮ ਮਿਨਿਸਟਰ ਬਣੇ ਆ
ਜਿਹੜੀ ਸਾਰੇ ਦੇਸ਼ ਵਿੱਚ ਅਰਾਜਕਤਾ, ਸਾਰੇ ਦੇਸ਼ ਵਿੱਚ ਸਟੇਟਾਂ ਇਨਸਿਕਿਉਰ ਮਹਿਸੂਸ ਕਰ ਰਹੀਆਂ, ਦੇਸ਼ ਵਿੱਚ ਡੀਮੋਨੀਟਾਈਜੇਸ਼ਨ ਲਿਆ ਕੇ ਦੇਸ਼ ਦਾ ਵਪਾਰ, ਦੇਸ਼ ਦੀ ਇੰਡਸਟਰੀ ਤਬਾਹ ਕਰ ਦਿੱਤੀ। GST ਇੱਕ ਗੱਬਰ ਸਿੰਘ ਟੈਕਸ ਜਿਸ ਨੂੰ ਰਾਹੁਲ ਗਾਂਧੀ ਕਹਿੰਦੇ, ਦੇਸ਼ ਦਾ ਹਰ ਜਿਹੜਾ ਨਾਗਰਿਕ ਹੈ ਉਹ ਬਦਲ ਚਾਹੁੰਦਾ ਹੈ, ਉਹ ਇੱਕ ਮਜ਼ਬੂਤ ਔਰ ਜ਼ਿੰਮੇਵਾਰ ਸਰਕਾਰ ਚਾਹੁੰਦਾ ਹੈ। ਦੂਸਰੀਆਂ ਪਾਰਟੀਆਂ ਕੋ ਕੋਈ ਕੈਂਡੀਡੇਟ ਹੀ ਹਨ, ਮੇਰੇ ਜਲੰਧਰ ਡਿਸਟ੍ਰਿਕਟ 'ਚ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਮੈਂ ਸਮਝਦਾ ਕਿ ਮੇਰਾ ਕੋਈ ਮੁਕਾਬਲਾ ਨਹੀਂ।